ਹੈਲੋ एवरीवन। ਇਸ ਵੀਡੀਓ ਦੇ ਵਿੱਚ ਆਪਾਂ ਡਿਫਰੈਂਸ਼ੀਏਸ਼ਨ ਦੇ ਬਾਰੇ ਗੱਲ ਕਰਾਂਗੇ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਮੈਂ ਪੰਜਾਬੀ 'ਚ ਐਕਸਪਲੇਨ ਕਰ ਸਕਾਂ ਵੱਧ ਤੋਂ ਵੱਧ ਕਿ ਡਿਫਰੈਂਸ਼ੀਏਸ਼ਨ ਹੁੰਦੀ ਕੀ ਹੈ। ਤੇ ਇਹਦੇ ਵਿੱਚ ਜਿਹੜੀ ਸਾਰੀ ਡਿਫਰੈਂਸ਼ੀਏਸ਼ਨ ਸਾਡੀ ਡਿਪੈਂਡ ਕਰਦੀ ਹੈ ਥਿਊਰਮਸ ਦੇ ਉੱਤੇ। ਅਗਰ ਆਪਾਂ ਨੂੰ ਥਿਊਰਮਸ ਆਉਂਦੀਆਂ ਤਾਂ ਆਪਾਂ ਡਿਫਰੈਂਸ਼ੀਏਸ਼ਨ ਬਹੁਤ ਈਜ਼ੀਲੀ ਕਰ ਸਕਦੇ ਹਾਂ। ਤੇ ਆਪਣੀ ਇਹ ਯੂਜ਼ ਹੁੰਦੀ ਹੈ ਫਿਜ਼ਿਕਸ ਐਜ਼ ਵੈਲ ਐਜ਼ ਇਨ ਮੈਥਮੈਟਿਕਸ ਦੇ ਵਿੱਚ। ਇਹ ਬਹੁਤ ਹੀ ਜ਼ਰੂਰੀ ਕੰਸੈਪਟ ਹੈ ਦੋਨੋਂ ਸਬਜੈਕਟਸ ਦੇ ਲਈ। ਸੋ ਮੈਂ ਹੁਣ ਸਟਾਰਟ ਕਰਨ ਚਾਹ ਰਹੀ ਹਾਂ ਕਿ ਹੁੰਦੀ ਕੀ ਹੈ ਥਿਊਰਮਸ ਆਫ ਡਿਫਰੈਂਸ਼ੀਏਸ਼ਨ ਔਰ ਡਿਫਰੈਂਸ਼ੀਏਸ਼ਨ ਹੁੰਦੀ ਕੀ ਹੈ। ਫਸਟ ਆਫ ਆਲ ਡਿਫਰੈਂਸ਼ੀਏਸ਼ਨ ਦੇ ਵਿੱਚ ਕੀ ਹੁੰਦਾ ਹੈ, ਇਹ ਚੇਂਜ ਹੁੰਦਾ ਹੈ ਕਿਸੇ ਵੀ ਫੰਕਸ਼ਨ ਦੇ ਵਿੱਚ ਵੀ ਕਿੰਨਾ ਚੇਂਜ ਆਇਆ ਵਿਦ ਰਿਸਪੈਕਟ ਟੂ ਟਾਈਮ। ਐਂਡ ਦੂਜਾ ਕਿਆ ਕਹਿੰਦੇ ਆ ਆਪਾਂ, ਇਹਦਾ ਸਾਈਨ ਕੀ ਹੈ, dy/dx ਇਜ਼ ਦਾ ਸਾਈਨ ਆਫ ਡਿਫਰੈਂਸ਼ੀਏਸ਼ਨ। ਪਹਿਲੀ ਗੱਲ ਤਾਂ ਇਹ ਹੈ। ਹੁਣ ਉਹਦੇ ਉੱਪਰ ਹੀ ਡਿਪੈਂਡ ਸਾਡੇ ਸਾਰੀਆਂ ਥਿਊਰਮਸ ਹੈ ਕਿ ਥਿਊਰਮਸ ਕਿਆ ਕਹਿੰਦੇ, ਉਹਦੇ ਅਕੋਰਡਿੰਗ ਅਸੀਂ ਉਹਦੀ ਐਗਜ਼ਾਮਪਲ ਲਵਾਂਗੇ ਅਤੇ ਇੱਕ ਥਿਊਰਮ ਕਰਾਂਗੇ ਅਤੇ ਆਪਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਡਿਫਰੈਂਸ਼ੀਏਸ਼ਨ ਹੁੰਦੀ ਕੀ ਹੈ। ਫਸਟ ਆਫ ਆਲ ਆਪਾਂ ਪਹਿਲੀ ਥਿਊਰਮ ਤੋਂ ਸਟਾਰਟ ਕਰਦੇ ਹਾਂ। ਫਸਟ ਥਿਊਰਮ ਕਿਆ ਕਹਿੰਦੀ ਹੈ, ਇਫ ਸੀ ਇਜ਼ ਇਕੁਅਲ ਟੂ ਕਾਂਸਟੈਂਟ ਦੇ ਬਰਾਬਰ ਹੈ। ਕਾਂਸਟੈਂਟ ਕੀ ਹੁੰਦਾ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਕਾਂਸਟੈਂਟ ਨਹੀਂ ਪਤਾ ਕੀ ਹੁੰਦਾ। ਕਾਂਸਟੈਂਟ ਕਿਆ ਹੁੰਦਾ, ਲਾਈਕ 1 2 3 ਅਪ ਟੂ ਸੋ ਔਨ। ਕੋਈ ਵੀ ਕਾਂਸਟੈਂਟ ਵੈਲਿਊ ਹੋ ਸਕਦੀ ਜਿਹੜੀ ਚੇਂਜ ਨਾ ਹੋਵੇ। ਏ ਵੀ ਹੋ ਸਕਦੀ ਹੈ, ਬੀ ਹੋ ਸਕਦੀ ਸੀ, ਕੁਛ ਵੀ ਹੋ ਸਕਦਾ ਜਿਹੜੀ ਵੈਲਿਊ ਨੂੰ ਅਸੀਂ ਚੇਂਜ ਨਾ ਕਰ ਸਕੀਏ ਜਾਂ ਜਿਸ ਨੂੰ ਘਟਾਇਆ ਜਾਂ ਵਧਾਇਆ ਨਾ ਜਾ ਸਕੇ। ਤਾਂ ਅਕੋਰਡਿੰਗ ਟੂ ਦਿਸ ਥਿਊਰਮ ਉਹ ਕਿਆ ਕਹਿੰਦੀ ਹੈ, ਅਗਰ ਡਿਫਰੈਂਸ਼ੀਏਸ਼ਨ ਆ ਜਾਵੇ ਕਿਸੇ ਕਾਂਸਟੈਂਟ ਵੈਲਿਊ ਦੀ, dy/dx ਇਜ਼ ਦਾ ਸਾਈਨ ਆਫ ਡਿਫਰੈਂਸ਼ੀਏਸ਼ਨ ਅਤੇ ਸੀ ਨੂੰ ਅਸੀਂ ਕਿਆ ਮੰਨ ਲਿਆ ਐਜ਼ ਏ ਫੰਕਸ਼ਨ ਆਫ ਵਾਈ ਜਾਂ ਕੁਛ ਵੀ ਕਹਿ ਦਾਂਗੇ। ਇੱਕ ਫੰਕਸ਼ਨ ਹੈ ਸਾਡਾ ਜਿਹੜਾ ਸੀ ਹੈ, ਉਹਦੀ ਹਮੇਸ਼ਾ ਹੀ ਡਿਫਰੈਂਸ਼ੀਏਸ਼ਨ ਕਿਆ ਹੋਏਗੀ, ਜ਼ੀਰੋ ਹੋਏਗੀ। ਹੁਣ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਐਗਜ਼ਾਮਪਲ ਕਿਆ ਕਹਿ ਰਹੀ ਹੈ, ਇਫ ਸੀ ਮੈਂ ਲੈ ਲਿਆ 9999 ਲੈ ਲਿਆ, ਇਹਦੀ ਡਿਫਰੈਂਸ਼ੀਏਸ਼ਨ ਫਾਈਂਡ ਕਰਨੀ ਹੈ ਵਿਦ ਰਿਸਪੈਕਟ ਟੂ ਟਾਈਮ। ਇੱਥੇ ਵਿਦ ਰਿਸਪੈਕਟ ਟੂ ਟਾਈਮ ਹੋ ਸਕਦੀ, ਵਿਦ ਰਿਸਪੈਕਟ ਟੂ ਐਕਸ ਹੋ ਸਕਦੀ ਆ, ਬਟ ਇੱਥੇ ਅਸੀਂ ਕਿਆ ਫਾਈਂਡ ਕਰਨੀ ਹੈ, ਵਿਦ ਰਿਸਪੈਕਟ ਟੂ ਐਕਸ ਫਾਈਂਡ ਕਰਨੀ ਹੈ। ਕੋਈ ਵੀ ਹੋ ਸਕਦੀ ਹੈ, ਇੱਥੇ ਜ਼ਰੂਰੀ ਨਹੀਂ ਕਿ ਐਕਸ ਹੀ ਹੋਵੇ, ਟੀ ਹੋ ਸਕਦਾ, ਵਾਈ ਹੋ ਸਕਦਾ, ਜ਼ੈਡ ਹੋ ਸਕਦਾ, ਕੁਛ ਵੀ ਹੋ ਸਕਦਾ ਇੱਥੇ। ਅਤੇ ਹੁਣ ਇਹਦੀ ਡਿਫਰੈਂਸ਼ੀਏਸ਼ਨ ਕਰਾਂਗੇ। ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ ਐਕਸ dy/dx। ਉਹ ਆਪਾਂ ਨੂੰ ਪਤਾ ਹੈ ਡੀ ਸੀ ਦੀ ਵੈਲਿਊ ਕਿੰਨੀ, ਇੱਥੇ ਅਸੀਂ ਵੈਲਿਊ ਪੁੱਟ ਕਰਾਂਗੇ। ਵੈਲਿਊ ਕੀ ਹੁੰਦੀ ਹੈ 9999 ਵਿਚ ਇਜ਼ ਇਕੁਅਲ ਟੂ ਕਿਆ ਹੋ ਜਾਊਗਾ, 0 ਐਜ਼ ਵੀ ਨੋ ਇਨ ਥਿਊਰਮ। ਜਿਵੇਂ ਕਿ ਥਿਊਰਮ ਦੇ ਵਿੱਚ ਹੈ ਉਵੇਂ ਹੀ ਸਾਡੀ ਅਸੀਂ ਲਿਖ ਦਾਂਗੇ ਐਜ਼ ਅਕੋਰਡਿੰਗ ਟੂ ਫਸਟ ਥਿਊਰਮ that is the answer of this question। ਨੈਕਸਟ ਦੇ ਵਿੱਚ ਕਰਾਂਗੇ। ਨੈਕਸਟ ਥਿਊਰਮ ਕਿਆ ਕਹਿੰਦੀ ਹੈ, ਇਫ y ਇਜ਼ ਇਕੁਅਲ ਟੂ ਸੀ ਯੂ ਦੇ ਬਰਾਬਰ ਹੈ, ਪ੍ਰੋਡਕਟ ਆਫ ਸੀ ਐਂਡ ਯੂ। ਸੀ ਕਿਆ ਹੋਏਗਾ, ਇੱਥੇ ਕੋਈ ਕਾਂਸਟੈਂਟ ਵੈਲਿਊ ਹੋਏਗੀ ਲਾਈਕ 1 2 ਅਪ ਟੂ ਸੋ ਔਨ 9999 ਹੀ ਲਊਂਗੀ। ਇੱਥੇ ਮੈਂ ਇੱਥੇ ਏ ਬੀ ਸੀ ਕੁਛ ਵੀ ਹੋ ਸਕਦਾ, ਕੈਪੀਟਲ ਏ ਕੈਪੀਟਲ ਬੀ ਸਮੋਲ ਏ ਸਮੋਲ ਬੀ, ਕੁਛ ਵੀ ਹੋ ਸਕਦਾ ਜਿਹੜੀ ਵੈਲਿਊ ਅਸੀਂ ਚੇਂਜ ਨਹੀਂ ਕਰ ਸਕਦੇ, ਉਹਨੂੰ ਕਹਿੰਦੇ ਹਾਂ ਅਸੀਂ ਸੀ। ਇੱਥੇ ਸਿਰਫ ਮੈਂ ਤਾਂ ਇੱਥੇ ਲਈਏ ਤਾਂ ਕਿ ਬਹੁਤ ਕਨਫਿਊਜ਼ ਨਾ ਹੋਈ। ਆਪਾਂ ਉੱਪਰ ਇਹ ਵਾਲੀਆਂ ਨੂਮੈਰੀਕਲ ਵੈਲਿਊਜ਼ ਲਈਆਂ ਅਤੇ ਇੱਥੇ ਵੀ ਮੈਂ ਨੂਮੈਰੀਕਲ ਵੈਲਿਊਜ਼ ਹੀ ਲਵਾਂਗੀ। ਦੈਨ ਯੂ ਕਿਆ ਹੋਊਗਾ, ਫੰਕਸ਼ਨ ਆਫ ਐਕਸ ਹੋਊਗਾ, ਜਿਵੇਂ 2x 3x ਤਾਂ 2 ਇੱਥੇ ਕਿਆ ਹੋ ਗਿਆ, ਸੀ ਹੋ ਗਿਆ। ਐਕਸ ਕਿਆ ਹੋ ਗਿਆ ਸਾਡਾ, ਇੱਕ ਫੰਕਸ਼ਨ ਕਹਿ ਸਕਦੇ ਹਾਂ ਆਪਾਂ, ਫੰਕਸ਼ਨ ਆਫ ਐਕਸ ਹੋਏਗਾ। ਐਂਡ ਫੋਰ ਐਗਜ਼ਾਮਪਲ ਕਿਆ ਕਹਿ ਰਹੀ ਹੈ, ਕਹਿੰਦੇ ਅਗਰ ਆਪਾਂ ਸੀ ਯੂ ਦੀ ਡਿਫਰੈਂਸ਼ੀਏਸ਼ਨ ਫਾਈਂਡ ਕਰਨੀ ਹੈ ਤਾਂ ਥਿਊਰਮ ਕਿਆ ਕਹਿੰਦੀ ਹੈ, ਅਕੋਰਡਿੰਗ ਟੂ ਥਿਊਰਮ ਇਫ dy/dx ਹੋਊਗਾ ਤਾਂ ਕਿਆ ਹੋ ਜਾਏਗਾ ਸਾਡਾ, ਸੀ ਬਾਹਰ ਆ ਜਾਏਗਾ ਕਿਉਂਕਿ ਕਾਂਸਟੈਂਟ ਹੈ, ਅਤੇ du/dx ਦੀ ਕਿਆ ਹੋ ਜਾਏਗੀ, ਇੱਥੇ ਡਿਫਰੈਂਸ਼ੀਏਸ਼ਨ ਹੋ ਜਾਏਗੀ। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਇਹਦੇ ਨਾਲ ਰਿਲੇਟਡ ਇੱਕ। ਇਹਦੇ ਵਿੱਚ ਕਿਆ ਲਿਆ, ਮੈਂ ਸੀ ਕਿਹਦੇ ਬਰਾਬਰ ਲੈ ਲਿਆ 5 ਲੈ ਲਿਆ, ਐਂਡ ਯੂ ਕਿਹਦੇ ਬਰਾਬਰ ਲੈ ਲਿਆ 1x ਦੇ ਬਰਾਬਰ ਲੈ ਲਿਆ, ਐਂਡ ਸੀ ਯੂ ਕਿਆ ਆ ਜਾਏਗਾ 5 × 1x ਐਂਡ ਪ੍ਰੋਡਕਟ ਆਫ ਦੀ ਬੋਥ ਆਫ ਦੀਸ 5x ਆ ਜਾਏਗਾ। ਹੁਣ y ਨੂੰ ਅਸੀਂ ਇੱਥੇ ਕਿਆ ਮੰਨ ਲਿਆ 5x ਮੰਨ ਲਿਆ। ਹੁਣ ਇਹਦੀ ਡਿਫਰੈਂਸ਼ੀਏਸ਼ਨ ਕਰਨੀ ਹੈ ਵਿਦ ਰਿਸਪੈਕਟ ਟੂ ਐਕਸ ਕਰਾਂਗੇ, ਇੱਥੇ ਵੀ ਅਸੀਂ ਐਕਸ ਹੀ ਲਿਆ ਹੈ। ਅਤੇ dcu/dx ਇਜ਼ ਇਕੁਅਲ ਟੂ dy/dx ਇਜ਼ ਇਕੁਅਲ ਟੂ ਇੱਥੇ ਕਿਆ ਆ ਜਾਊਗਾ 5x ਲਿਖਤਾ y ਦੀ ਜਗ੍ਹਾ, 5 ਕਿਆ ਆ ਗਿਆ। ਇੱਥੇ ਥਿਊਰਮ ਕਿਆ ਕਹਿੰਦੀ ਸੀਗੀ ਵੀ ਜਿਹੜੇ c ਦੀ ਵੈਲਿਊ ਆ ਉਹ ਬਾਹਰ ਆ ਜਾਏਗੀ, ਅਤੇ ਇੱਥੇ ਵੀ ਅਸੀਂ ਕਿਆ ਕਰਤਾ c ਨੂੰ ਬਾਹਰ ਲੈ ਗਏ, dx ਕਿਆ ਹੋ ਗਿਆ, ਕੱਟ ਹੋ ਗਿਆ ਅਤੇ 1 ਆ ਗਿਆ, ਅਤੇ ਇਹਦਾ ਆਨਸਰ ਕਿੰਨਾ ਆ ਗਿਆ 5। ਆਈ ਥਿੰਕ ਤੁਸੀਂ ਬਹੁਤ ਚੰਗੀ ਤਰ੍ਹਾਂ ਹੀ ਸਮਝ ਗਏ ਹੋਵੋਗੇ ਦੋਨੋਂ ਥਿਊਰਮਸ। ਐਂਡ ਨੈਕਸਟ ਥਿਊਰਮ ਹੈ ਇੱਕ ਹੋਰ, ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ।